ਇੱਕ ਐਸੇ ਮਹਾਂਪੁਰਸ਼ ਦੀ ਜੀਵਨ ਕਥਾ ਬਿਆਨ ਕਰਨ ਲੱਗੇ ਹਾਂ ਜਿਨ੍ਹਾਂ ਤੋਂ ਸਾਰੇ ਮਹਾਂਪੁਰਸ਼ਾਂ ਦੀ ਜੀਵਨ ਕਥਾ ਕੁਰਬਾਨ ਕੀਤੀ ਜਾ ਸਕਦੀ ਹੈ, ਸਦਕੇ ਕੀਤੀ ਜਾ ਸਕਦੀ ਹੈ। ਇੱਕ ਐਸਾ ਤਿਆਗੀ ਜਿਸ ਦੇ ਸਾਹਮਣੇ ਸਾਰੇ ਤਿਆਗ ਫਿੱਕੇ ਨੇ, ਇੱਕ ਐਸਾ ਬੈਰਾਗੀ ਜਿਸ ਦੇ ਅੰਦਰੋਂ ਮਹਾਨ ਅੰਮ੍ਰਿਤ ਰਸਤੀ ਗੰਗਾ ਵਗੀ। ਦੁਨੀਆ ਵਿੱਚ ਐਸਾ ਘੱਟ ਹੀ ਹੋਇਆ ਹੈ ਕਿ ਕੋਈ ਤਿਆਗੀ ਵੈਰਾਗੀ ਮਹਾਵੀਰ ਵੀ ਹੋਵੇ, ਸੂਰਬੀਰ ਵੀ ਹੋਵੇ, ਲੇਕਿਨ ਇਤਿਹਾਸ ਵਿੱਚ ਇੱਕ ਐਸਾ ਵਾਕਿਆ ਘਟਿਤ ਹੋਇਆ ਹੈ। ਕੁਦਰਤ ਨੇ ਇੱਕ ਐਸੇ ਮਹਾਂਪੁਰਸ਼ ਨੂੰ ਭੇਜ ਕੇ ਇਸ ਹਾਲਾਤ ਦੀ ਪੂਰਤੀ ਕੀਤੀ। ਸੁਭਾਅ ਕਰਕੇ ਤੇ ਉਹ ਤਿਆਗੀ ਸੀ, ਬੈਰਾਗੀ ਸੀ, ਪਰ ਬੈਰੂਨੀ ਰੂਪ ਕਰਕੇ ਉਹ ਬਹਾਦਰ ਵੀ ਸੀ, ਉਹ ਤੇਗ ਦਾ ਧਨੀ ਵੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸੁਭਾਵਕ ਇਹ ਬਿਰਤੀਆਂ ਦੇਖ ਕੇ ਆਪਣੇ ਲਾਡਲੇ ਸਾਹਿਬਜ਼ਾਦੇ ਦਾ ਨਾਂ ਰੱਖਿਆ ਤੇਗ ਬਹਾਦਰ। ਆਪ ਦਾ ਜਨਮ ਵਿਸਾਖ ਵੱਦੀ 5 ਸੰਮਤ 1678 ਵਿੱਚ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਦੇ ਵਿੱਚ ਹੋਇਆ। ਆਪ ਜੀ ਦੀ ਜੀਵਨ ਲੀਲਾ ਅੰਮ੍ਰਿਤਸਰ ਤੋਂ ਆਰੰਭ ਹੁੰਦੀ ਹੈ। ਬਚਪਨ ਦੇ ਵਿੱਚ ਹੀ ਆਪ ਜੀ ਦੇ ਚਿਹਰੇ ਤੇ ਤਿਆਗ ਤੇ ਵੈਰਾਗ ਦੇ ਕ੍ਰਿਸ਼ਮੇ ਝਲਕਣ ਲੱਗ ਪਏ ਸਨ ਔਰ ਮਨ ਦੇ ਵਿੱਚ ਬਹਾਦਰੀ ਤੇ ਸੂਰਬੀਰਤਾ ਦੀਆਂ ਕਿਰਨਾਂ ਚਾਰੋਂ ਪਾਸੇ ਉਦੇ ਹੋਣ ਲੱਗ ਪਈਆਂ। ਇੱਕ ਦਿਨ ਤੇਗ ਚਲਾਉਂਦਿਆਂ, ਤਲਵਾਰ ਚਲਾਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੀ ਦੇਖਿਆ? ਆਪ ਦੀ ਰਸਨਾ ਤੋਂ ਸੁਭਾਵਿਕ ਨਿਕਲਿਆ, ਬਾਰ-ਬਾਰ ਨਿਕਲਿਆ, ਇਹ ਤੇਗ ਦਾ ਬਹਾਦਰ, ਇਹ ਤੇਗ ਦਾ ਧਨੀ, ਇਹ ਸੂਰਬੀਰ, ਇਹ ਮਹਾਵੀਰ। ਵਾਕਈ ਜੈਸਾ ਨਾਮ ਸੀ, ਜੀਵਨ ਕਾਰਨਾਮੇ ਵੀ ਵੈਸੇ ਸਨ, ਜੀਵਨ ਚਰਿਆ ਵੀ ਵੈਸੀ ਸੀ। ਸਹਿਜੇ ਸਹਿਜੇ ਆਪ ਉਮਰ ਕਰਕੇ ਵੱਧਦੇ ਗਏ। ਜੀਵਨ ਵਿੱਚ ਬੈਰਾਗ ਵੀ ਵੱਧਦਾ ਗਿਆ, ਤਿਆਗ ਵੀ ਵੱਧਦਾ ਗਿਆ। ਪਿਤਾ ਦੀ ਤੇ ਮਹਾਨ ਦੇਣ ਸੀ, ਪਰ ਤਿਆਗ ਤੇ ਵੈਰਾਗ ਦੀ ਮੂਰਤੀ ਮਾਤਾ ਨਾਨਕੀ ਦੀ ਗੋਦ ਤੋਂ ਵੀ ਆਪ ਨੂੰ ਐਸੀ ਸਿੱਖਿਆ ਤੇ ਦੀਕਸ਼ਾ ਮਿਲੀ ਜੋ ਅਗਾਂਹ ਚੱਲ ਕੇ ਸਹਾਇਕ ਹੋਈ, ਮਦਦਗਾਰ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਜੀਵਨ ਵਿੱਚ ਜੋ ਨਿਸ਼ਾਨੇ ਉਲੀਕੇ ਸਨ, ਉਹਨਾਂ ਨੂੰ ਸਹਿਜੇ ਸਹਿਜੇ ਪੂਰਨ ਕਰਦੇ ਰਹੇ। ਆਪ ਦਾ ਬਚਪਨਾ ਪ੍ਰਭੂ ਚਿੰਤਨ ਦੇ ਵਿੱਚ ਬਤੀਤ ਹੋਇਆ। ਆਪ ਦੀ ਬਾਲ ਲੀਲਾ ਵੀ ਪ੍ਰਭੂ ਲੀਲਾ ਸੀ। ਬੱਚਿਆਂ ਦੀ ਲੀਲਾ, ਬੱਚਿਆਂ ਨਾਲ ਖੇਡਣਾ ਵੀ ਦਰਅਸਲ ਆਪ ਦੀ ਬੰਦਗੀ ਸੀ। ਸਹਿਜੇ ਸਹਿਜੇ ਆਪ ਯੁਵਕ ਹੋਏ ਤਾਂ ਲਾਲ ਚੰਦ ਖੱਤਰੀ ਦੀ ਬੱਚੀ ਗੁਜਰੀ ਜੀ ਦੇ ਨਾਲ ਆਪ ਦਾ ਵਿਆਹ ਸ਼੍ਰੀ ਕਰਤਾਰਪੁਰ ਦੇ ਵਿੱਚ ਹੋਇਆ। ਇੰਜ ਗ੍ਰਸਤੀ ਜੀਵਨ ਆਪ ਜੀ ਦਾ ਆਰੰਭ ਹੋਇਆ। ਸੁਭਾਅ ਕਰਕੇ ਚੂੰਕਿ ਤਿਆਗੀ ਸਨ, ਵੈਰਾਗੀ ਸਨ, ਹਰ ਵਕਤ ਮਨ ਵਿੱਚ ਪ੍ਰਭੂ ਨਾਲ ਜੁੜੇ ਰਹਿਣ ਦੀ ਚਾਹ। ਇਸ ਕਾਰਨ ਕਰਕੇ ਹਰ ਵਕਤ ਸੰਸਾਰ ਤੋਂ ਉਪਰਾਮਤਾ। ਇਸ ਉਪਰਾਮਤਾ ਨੇ, ਇਸ ਉਦਾਸੀਨ ਬਿਰਤੀ ਨੇ, ਇਸ ਤਿਆਗੀ ਮਾਨਸਿਕ ਵਾਤਾਵਰਣ ਨੇ ਆਪ ਨੂੰ ਜ਼ਮੀਨ ਦੇ ਉੱਤੇ ਤੇ ਉਸ ਵਕਤ ਨਾ ਰਹਿਣ ਦਿੱਤਾ। ਆਪ ਭੋਰੇ ਦੇ ਚਲੇ ਗਏ। ਉੱਥੇ ਬੈਠ ਕੇ ਆਪ ਸਾਧਨਾ ਵਿੱਚ ਲੀਨ ਰਹੇ ਔਰ ਇੱਕ ਲੰਬੀ ਤਿਆਰੀ ਕਰਦੇ ਰਹੇ। ਦੇਸ਼ ਗੁਲਾਮ ਸੀ, ਸਦੀਆਂ ਦੀ ਗੁਲਾਮੀ ਕਰਕੇ ਪੀੜਤ ਸੀ, ਦੁਖਦ ਸੀ। ਚਾਰੋਂ ਪਾਸੇ ਹਾਹਾਕਾਰ ਸੀ ਔਰ ਬੇਇਨਸਾਫੀਆਂ ਦਾ ਜਮਾਓ ਸੀ, ਇਕੱਠ ਸੀ। ਇੱਕ ਤੇ ਆਪ ਪ੍ਰਭੂ ਚਿੰਤਨ ਕਰਕੇ ਅਧਿਆਤਮਕ ਬਲ ਉન્નਤ ਕਰਦੇ ਰਹੇ, ਦੂਸਰੇ ਪਾਸੇ ਸੋਚਦੇ ਰਹੇ ਇਸ ਅਧਿਆਤਮਕ ਸ਼ਕਤੀ ਨੂੰ ਕਿਵੇਂ ਵਰਤਣਾ ਹੈ, ਕਿਵੇਂ ਖਰਚ ਕਰਨਾ ਹੈ। ਜੈਸੇ
ਕਈ ਦਫਾ ਦੇਖਣ ਵਿੱਚ ਆਇਆ ਹੈ, ਧਨ ਇਕੱਠਾ ਕਰ ਲੈਣਾ ਜਾਂ ਕਮਾ ਲੈਣਾ ਕੋਈ ਬਹੁਤ ਵੱਡੀ ਗੱਲ ਨਹੀਂ। ਧਨ ਦੀ ਸਹੀ ਵਰਤੋਂ ਕਰਨੀ ਬਹੁਤ ਵੱਡੀ ਗੱਲ ਹੈ। ਉਸ ਦਾ ਸਹੀ ਉਪਯੋਗ ਕਰਨਾ ਇਹ ਬਹੁਤ ਵੱਡੀ ਗੱਲ ਹੈ। ਇਸੇ ਤਰੀਕੇ ਨਾਲ ਬੰਦਗੀ ਕਰਕੇ ਰੂਹਾਨੀ ਸ਼ਕਤੀ ਇਕੱਠੀ ਕਰ ਲੈਣੀ, ਪਰਮ ਆਨੰਦ ਤੇ ਪਰਮ ਰਸ ਆਪਣੇ ਮਨ ਵਿੱਚ ਪੈਦਾ ਕਰ ਲੈਣਾ, ਠੀਕ ਹੈ, ਮਹਾਨ ਗੱਲ ਹੋਵੇਗੀ, ਲੇਕਿਨ ਆਮ ਘਟਨਾ ਇਹ ਸਾਰੀ ਦੁਨੀਆ ਵਿੱਚ, ਭਗਤਾਂ ਦੀ ਦੁਨੀਆ ਵਿੱਚ ਘਟਦੀ ਰਹੀ ਹੈ। ਪਰ ਇਸ ਰਸ ਨੂੰ, ਇਸ ਅਧਿਆਤਮਿਕ ਸ਼ਕਤੀ ਨੂੰ, ਇਸ ਆਤਮ ਬਲ ਨੂੰ ਵਰਤਣਾ ਕਿਵੇਂ ਔਰ ਇਸ ਦੇ ਨਾਲ ਸਮਾਜ ਦੀ ਤਾਮੀਰ ਕਿਵੇਂ ਕਰਨੀ ਹੈ, ਇਸ ਦੇ ਨਾਲ ਦੇਸ਼ ਦੀ ਉਸਾਰੀ ਕਿਸ ਤਰ੍ਹਾਂ ਕਰਨੀ ਹੈ, ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜ਼ਿੰਦਗੀ ਤੋਂ ਹੀ ਸਿੱਖਣਾ ਪਏਗਾ ਔਰ ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕੇ ਜੋ ਹੈ ਪ੍ਰੇਰਨਾ ਲੈਣੀ ਪਏਗੀ। 26 ਸਾਲ ਤੱਕ ਲਗਾਤਾਰ ਆਪ ਉਸ ਭੋਰੇ ਦੇ ਵਿੱਚ ਰਹੇ। ਤਿਆਗ ਤੇ ਵੈਰਾਗ ਦੀ ਮੂਰਤੀ ਆਪ ਦੀ ਪਤਨੀ ਗੁਜਰੀ ਜੀ ਵੀ ਇਸ ਭੋਰੇ ਦੇ ਬਾਹਰ ਬੈਠ ਕੇ ਜਿੱਥੇ ਅਧਿਆਤਮਿਕ ਤਰੰਗਾਂ ਤੋਂ ਫੈਜ਼ ਯਾਬ ਹੁੰਦੇ ਰਹੇ, ਉੱਥੇ ਹਰ ਤਰ੍ਹਾਂ ਦੀ ਸੇਵਾ ਵਿੱਚ ਵੀ ਆਪ ਜੁਟੇ ਰਹੇ। ਲੱਗਦਾ ਹੈ ਸਾਧਨਾ ਪੂਰਨ ਹੋ ਗਈ। ਜੋ ਸੋਚਿਆ ਸੀ ਕਰਨ ਲਈ ਉਹਦੀ ਤਿਆਰੀ ਦੇ ਦਿਨ ਆ ਗਏ। ਜੋਤੀ ਜੋਤ ਸਮਾਏ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸੰਗਤਾਂ ਦੇ ਸਾਹਮਣੇ ਉਹਨਾਂ ਦੀ ਮੁਬਾਰਕ ਰਸਨਾ ਤੋਂ ਨਿਕਲਿਆ ਬਾਬਾ ਬਕਾਲੇ। ਤਲਾਸ਼ ਜਾਰੀ ਹੋ ਗਈ ਔਰ ਨਾਰੀਅਲ ਤੇ 5 ਪੈਸੇ ਲੈ ਕੇ ਸਿੱਖ ਦਿੱਲੀ ਤੋਂ ਚੱਲ ਪਿਆ, ਲੇਕਿਨ ਆਮ ਸੋਡੀਆਂ ਨੇ ਇਸ ਤੋਂ ਨਾਜਾਇਜ਼ ਫਾਇਦਾ ਉਠਾਇਆ। 22 ਮੰਜੀਆਂ ਬਕਾਲੇ ਵਿੱਚ ਲੱਗ ਗਈਆਂ ਔਰ ਹਰ ਇੱਕ ਦਾ ਦਾਵਾ ਕਿ 8ਵੇਂ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਬਾਬਾ ਬਕਾਲਾ, ਬਕਾਲੇ ਵਿੱਚ ਹੀ ਬਾਬਾ ਹੈ, ਇਹ ਸਾਡੇ ਲਈ ਆਖਿਆ, ਇਹ ਮੇਰੇ ਲਈ ਆਖਿਆ। ਕੋਈ ਕਹੇ ਇਹ ਸਿਰਫ ਅਸੀਂ ਹਾਂ, ਕੋਈ ਕਹੇ ਅਸੀਂ ਵਾਰਿਸ ਹਾਂ, ਅਸੀਂ ਹੱਕਦਾਰ ਹਾਂ। ਇਸ ਤਰੀਕੇ ਨਾਲ ਇੱਕ ਨਹੀਂ 22 ਦਾਅਵੇਦਾਰ ਹੋ ਗਏ ਔਰ 22 ਮੰਜੀਆਂ ਬਕਾਇਦਾ ਬਕਾਲੇ ਵਿੱਚ ਲੱਗ ਗਈਆਂ। ਇਹ ਠੀਕ ਹੈ ਕਿ ਕਈ ਦਫਾ ਮੁਲੰਮਾ ਵੀ ਸੋਨੇ ਦਾ ਭੁਲੇਖਾ ਦੇ ਜਾਂਦਾ ਹੈ, ਚਮਕਦੇ ਹੋਏ ਪੱਥਰਾਂ ਤੋਂ ਵੀ ਹੀਰਿਆਂ ਦਾ ਭੁਲੇਖਾ ਲੱਗ ਜਾਂਦਾ ਹੈ, ਹੋ ਜਾਂਦਾ ਹੈ। ਐਸਾ ਅਕਸਰ ਅਸੀਂ ਮਨੁੱਖੀ ਦੁਨੀਆ 'ਚ ਦੇਖਦੇ ਹਾਂ। ਤਾਂ ਮਨੁੱਖ ਵੀ ਇੱਥੇ ਲੰਬੀਆਂ ਚੌੜੀਆਂ ਗਦੀਆਂ, ਧਾਰਮਿਕ ਪੁਸ਼ਾਕ, ਆਲੇ ਦੁਆਲੇ ਧਰਮ ਦਾ ਪਹਿਰਾਵਾ ਤੇ ਵਾਤਾਵਰਨ ਦੇਖ ਕੇ ਪ੍ਰਭਾਵਿਤ ਹੋ ਕੇ ਲੋਕੀ ਇਹਨਾਂ ਸੋਡੀਆਂ ਨੂੰ ਪੂਜਦੇ ਰਹੇ, ਮੰਨਦੇ ਰਹੇ, ਮੱਥਾ ਟੇਕਦੇ ਰਹੇ। ਪਰ ਅੱਜ ਇੱਕ ਐਸਾ ਸਿੱਖ ਵੀ ਆ ਗਿਆ ਜੋ ਹੀਰਿਆਂ ਦੀ ਪਰਖ ਰੱਖਣ ਵਾਲਾ ਸੀ, ਜੋਰੀ ਸੀ। ਅੱਜ ਇੱਕ ਐਸਾ ਆ ਗਿਆ ਜਿਹਨੂੰ ਮੁਲੰਮੇ ਤੇ ਸੋਨੇ ਦੀ ਸਮਝ ਸੀ, ਬੋਧ ਸੀ। ਐਸਾ ਸਰਾਫ ਵੀ ਆ ਗਿਆ। ਇਸ ਸਰਾਫ ਦਾ ਨਾਮ, ਇਸ ਜੋਹਰੀ ਦਾ ਨਾਮ, ਇਸ ਪਾਰਖੂ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਮੱਖਣ ਸ਼ਾਹ ਲਵਾਣਾ ਹੈ। 22 ਤੋਂ ਆਤਮਿਕ ਤਸੱਲੀ ਨਾ ਹੋਈ। ਕਹਿੰਦੇ ਨੇ ਕਿਸੇ ਜੁੜੀ ਹੋਈ ਆਤਮਾ ਕੋਲ ਬੈਠੀਏ ਤਾਂ ਉਹਦੀਆਂ ਅਧਿਆਤਮਿਕ ਤਰੰਗਾਂ ਅਦੌਲਤ ਕਰਦੀਆਂ ਨੇ, ਪ੍ਰਭਾਵਿਤ ਕਰਦੀਆਂ ਨੇ ਔਰ ਮਨੁੱਖ ਦੇ ਮਨ ਨੂੰ ਵੀ ਚੈਨ ਤੇ ਸਕੂਨ ਮਿਲਦਾ ਹੈ। ਪਰ ਕਿਸੇ ਖਿੰਡੇ ਹੋਏ ਬੇਚੈਨ ਮਨੁੱਖ ਦੇ ਕੋਲ ਬੈਠ ਜਾਈਏ ਤਾਂ ਅਕਸਰ ਦੇਖਿਆ ਉਸ ਦੀ ਵਾਈਬ੍ਰੇਸ਼ਨ, ਉਸ ਦੀਆਂ ਅਧਿਆਤਮਿਕ ਤਰੰਗਾਂ ਐਸੀਆਂ ਪ੍ਰਭਾਵਿਤ ਕਰਦੀਆਂ ਨੇ ਕਿ ਸ਼ਾਂਤ ਚਿੱਤ ਬੰਦਾ ਵੀ ਅਸ਼ਾਂਤ ਹੋ ਜਾਂਦਾ ਹੈ, ਬੇਚੈਨ ਹੋ ਜਾਂਦਾ ਹੈ। ਵਾਤਾਵਰਣ ਹਰ ਮਨੁੱਖ ਦੇ ਨਾਲ ਆਪਣਾ ਹੀ ਆਪਣਾ ਹੈ ਤੇ ਵਾਤਾਵਰਣ ਤੋਂ ਦੂਜੇ ਤੀਜੇ ਪ੍ਰਭਾਵਿਤ ਹੁੰਦੇ ਰਹਿੰਦੇ ਨੇ, ਜਾਂ ਇੰਜ ਕਹਿ ਲਓ ਮਨੁੱਖ ਆਪਣਾ ਪ੍ਰਭਾਵ ਵੰਡਦਾ ਰਹਿੰਦਾ ਹੈ ਔਰ ਪ੍ਰਭਾਵ ਲੈਂਦਾ ਰਹਿੰਦਾ ਹੈ। ਆਪਣੀਆਂ ਤਰੰਗਾਂ ਛੋੜਦਾ ਰਹਿੰਦਾ ਹੈ, ਦੂਜਿਆਂ ਦੀਆਂ ਤਰੰਗਾਂ ਪੀਂਦਾ ਰਹਿੰਦਾ ਹੈ। ਇਸ ਤਰ੍ਹਾਂ ਜੈਸੇ ਮਨੁੱਖ ਮੂੰਹ ਦੇ ਚੋਂ ਸਵਾਸ ਕੱਢ ਰਿਹਾ ਹੈ, ਪਰ ਇਸ ਦੇ ਸਵਾਸ ਹਵਾ ਦੇ ਸਮਿਲਿਤ ਹੋ ਕੇ ਕਿਸੇ ਹੋਰ ਦੇ ਸਵਾਸ ਬਣਦੇ ਨੇ
ਔਰ ਇਹ ਸਵੈਮ ਵੀ ਕਿਸੇ ਹੋਰ ਦੇ ਨਿਕਲੇ ਹੋਏ ਸਵਾਸਾਂ ਨੂੰ ਪਾਨ ਕਰ ਰਿਹਾ ਹੈ। ਹੂ ਬਹੂ ਮਨੁੱਖ ਦੇ ਮਨ ਦੇ ਚੋਂ ਨਿਕਲੀਆਂ ਹੋਈਆਂ ਤਰੰਗਾਂ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਨੇ ਔਰ ਖੁਦ ਬੰਦਾ ਪ੍ਰਭਾਵਿਤ ਹੁੰਦਾ ਰਹਿੰਦਾ ਹੈ। 22 ਨੂੰ ਮੱਥਾ ਟੇਕ ਕੇ ਇੱਕ ਇੱਕ ਮੋਹਰ ਰੱਖ ਕੇ ਮੱਖਣ ਸ਼ਾਹ ਲਬਾਣੇ ਦੀ ਤ੍ਰਿਪਤੀ ਨਹੀਂ ਹੋਈ। ਇਸ ਤੋਂ ਜਾਪਦਾ ਹੈ ਇਹ ਪੁਰਸ਼ ਕੁਝ ਅਧਿਆਤਮਿਕ ਰਸ ਮਾਣ ਚੁੱਕਿਆ ਸੀ ਔਰ ਇਹ ਸਪਸ਼ਟ ਹੈ ਜੋਰੀ ਹੀ ਹੀਰੇ ਦੀ ਪਹਿਚਾਣ ਕਰ ਸਕਦਾ ਹੈ, ਦੂਸਰਾ ਤੇ ਤੀਸਰਾ ਨਹੀਂ। ਤਸੱਲੀ ਨਹੀਂ ਹੋਈ। ਆਖਿਰ ਇੱਕ ਸਾਦੇ ਜਿਹਾ ਬਕਾਲੇ ਦੇ ਵਾਸੀ ਮਨੁੱਖ ਦੇ ਕੋਲੋਂ ਮੱਖਣ ਸ਼ਾਹ ਲਵਾਣਾ ਪੁੱਛਦਾ ਹੈ, ਸੋਢੀ ਬੰਸ ਦਾ ਇੱਥੇ ਕੋਈ ਹੋਰ ਵੀ ਮਹਾਂਪੁਰਸ਼ ਰਹਿੰਦਾ ਹੈ? ਤਾਂ ਉਸਨੇ ਕਿਹਾ, ਹਾਂ, ਸਾਹਮਣੇ ਭੋਰੇ ਦੇ ਚ ਰਹਿੰਦਾ ਹੈ, ਪਰ ਉਹ ਕਿਸੇ ਨੂੰ ਮਿਲਦਾ ਨਹੀਂ, ਉਹ ਬਾਹਰ ਵੀ ਨਹੀਂ ਨਿਕਲਦਾ, ਉਹ ਅੱਠੇ ਪੈਰ ਅੰਦਰ ਹੀ ਰਹਿੰਦਾ ਹੈ ਔਰ ਧਿਆਨ ਮਗਨ ਰਹਿੰਦੇ ਨੇ, ਆਪਣੀ ਦੁਨੀਆ ਦੇ ਵਿੱਚ ਆਨੰਦਿਤ ਰਹਿੰਦੇ ਨੇ। ਹੋਰ ਉਹਨਾਂ ਦੇ ਨਾਲ ਕੌਣ ਹੈ? ਉਹਨਾਂ ਦੀ ਤਰ੍ਹਾਂ ਹੀ ਸੁਭਾਅ ਰੱਖਣ ਵਾਲੀ ਉਹਨਾਂ ਦੀ ਸੁਪਤਨੀ ਗੁਜਰੀ ਜੀ, ਉਹ ਭੋਰੇ ਦੇ ਬਾਹਰ ਬੈਠੇ ਰਹਿੰਦੇ ਨੇ ਔਰ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ। ਮੱਖਣ ਸ਼ਾਹ ਲਵਾਣਾ ਚਲਾ ਗਿਆ। ਗੁਜਰੀ ਜੀ ਦੀਆਂ ਵੀ ਅਧਿਆਤਮਿਕ ਤਰੰਗਾਂ ਨੇ ਇਸ ਮੱਖਣ ਸ਼ਾਹ ਲਵਾਣੇ ਨੂੰ ਪ੍ਰਭਾਵਿਤ ਕੀਤਾ ਹੈ। ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਮੈਂ ਉਸ ਸੂਰਜ ਦੇ ਦਰਸ਼ਨ ਕਰਨ ਆਇਆ ਜੋ ਬਦਲਾਂ ਦੇ ਛੁਪਿਆ ਹੋਇਆ ਹੈ ਔਰ ਮੈਨੂੰ ਦਰਸ਼ਨ ਕਰਨ ਦਿਓ। ਇੱਥੇ ਆ ਕੇ ਮੈਨੂੰ ਸਕੂਨ ਮਿਲ ਗਿਆ, ਸ਼ਾਂਤੀ ਮਿਲੀ ਹੈ। ਜਿਸ ਦੇ ਭੋਰੇ ਦੇ ਆਲੇ ਦੁਆਲੇ ਇਤਨਾ ਸ਼ਾਂਤ ਵਾਤਾਵਰਣ ਹੈ, ਇਤਨੀਆਂ ਆਨੰਦ ਦੀਆਂ ਲਹਿਰਾਂ ਬਰਸ ਰਹੀਆਂ ਨੇ, ਉਹਦੇ ਦੀਦਾਰ ਕਰਕੇ, ਉਹਦੇ ਕੋਲ ਬੈਠ ਕੇ ਮੈਂ ਕਿਤਨਾ ਫੈਜ਼ ਯਾਬ ਹੋਵਾਂਗਾ, ਕਿਤਨਾ ਆਨੰਦਿਤ ਹੋਵਾਂਗਾ। ਉਹਦੀ ਜੋਦੜੀ, ਉਹਦਾ ਤਰਲਾ ਐਸਾ ਸੀ ਕਿ ਮਾਤਾ ਗੁਜਰੀ ਜੀ ਰੋਕ ਨਹੀਂ ਸਕੇ। ਜੈਸੇ ਭੋਰੇ ਵਿੱਚ ਦਾਖਲ ਹੋਇਆ, ਨੂਰ ਤੋਂ ਫੈਜ਼ ਯਾਬ ਹੋਇਆ, ਅਧਿਆਤਮਿਕ ਤਰੰਗਾਂ ਤੋਂ ਅੰਦੋਲਿਤ ਹੋਇਆ, ਸੁਤੇ ਸਿੱਧ ਸਿਰ ਝੁਕ ਗਿਆ। ਔਰ ਕਹਿੰਦੇ ਵੀ ਨੇ, ਜਿੱਥੇ ਆਪਣੇ ਆਪ ਸਿਰ ਝੁਕ ਜਾਏ ਬਸ ਉਹ ਅਸਥਾਨ ਮਹਾਨ ਹੈ, ਉਹ ਮਨੁੱਖ ਮਹਾਨ ਹੈ। ਜਿੱਥੇ ਸਿਰ ਝੁਕਾਣਾ ਪੈ ਜਾਏ ਉੱਤੇ ਮਜਬੂਰੀ ਹੋਈ। ਜ਼ਾਲਮ ਦੇ ਅੱਗੋਂ ਮਨੁੱਖ ਕਈ ਦਫਾ ਮਜਬੂਰੀ ਨਾਲ ਸਿਰ ਝੁਕਾਉਂਦਾ ਹੈ, ਕਈ ਦਫਾ ਤਾਕਤਵਰ ਦੇ ਅੱਗੋਂ ਮਨੁੱਖ ਮਜਬੂਰੀ ਨਾਲ ਝੁਕਦਾ ਹੈ। ਪਰ ਜਿੱਥੇ ਪ੍ਰਸੰਨ ਚਿੱਤ ਹੋ ਕੇ ਸਿਰ ਝੁਕ ਜਾਏ ਔਰ ਝੁਕਣ ਦੇ 'ਚ ਹੀ ਜਿੱਥੇ ਰਸ ਦੀ ਪ੍ਰਾਪਤੀ ਹੋਵੇ, ਆਨੰਦ ਦੀ ਪ੍ਰਾਪਤੀ ਹੋਵੇ, ਬਸ ਉਹੀ ਮਹਾਂਪੁਰਸ਼ ਹੈ ਔਰ ਉਹੀ ਧਾਰਮਿਕ ਸਤਲ ਹੈ, ਉਹੀ ਅਧਿਆਤਮਿਕ ਕੇਂਦਰ ਹੈ। ਸੁਤੇ ਸਿੱਧ ਮੱਖਣ ਸ਼ਾਹ ਲਵਾਣੇ ਦਾ ਸਿਰ ਝੁਕ ਗਿਆ, ਕਦਮਾਂ ਤੇ ਰੱਖਿਆ, ਸਤਿਗੁਰ ਦੀ ਅਸੀਸ ਮਿਲੀ ਔਰ ਇਸ ਅਸੀਸ ਦੇ ਨਾਲ ਕਪਾਟ ਖੁੱਲੇ। ਸਤਿਗੁਰ ਕਹਿੰਦੇ ਨੇ, ਗੁਪਤ ਰੱਖੀ ਗੱਲ, ਜਰ ਲਈ, ਜੋ ਤੈਨੂੰ ਪ੍ਰਾਪਤ ਹੋਇਆ ਹੈ ਇਹਨੂੰ ਸਹਿ ਲਈ, ਪ੍ਰਗਟ ਨਾ ਕਰ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੱਖਣ ਸ਼ਾਹ ਲਵਾਣਾ ਐਸੇ ਤੇਜ਼ ਹਵਾ ਦੀ ਝੋਂਕੇ ਦੀ ਤਰ੍ਹਾਂ ਆਇਆ ਕਿ ਜਿਸ ਨੇ ਸਾਰੇ ਬਦਲਾਂ ਨੂੰ ਛਾਂਟ ਕੇ ਰੱਖ ਦਿੱਤਾ। ਕੋਠੇ ਤੇ ਚੜ੍ਹ ਕੇ ਕਹਿਣ ਲੱਗਾ, ਗੁਰ ਲਾਧੋ ਰੇ, ਗੁਰ ਲਾਧੋ ਰੇ, ਮੈਂ ਲੱਭ ਲਿਆ ਗੁਰੂ, ਮੈਨੂੰ ਮਿਲ ਗਿਆ ਗੁਰੂ, ਮੈਂ ਸੱਚ ਦੀ ਮੂਰਤੀ ਨੂੰ ਵੇਖ ਲਿਆ। ਭੋਰੇ ਦੇ ਵਿੱਚ ਇਸ ਮਹਾਨ ਸੌਦਾਗਰ ਨੇ ਪ੍ਰਗਟ ਕੀਤਾ ਔਰ ਇਸ ਤਰ੍ਹਾਂ ਮੱਖਣ ਸ਼ਾਹ ਲਵਾਣਾ ਸਿੱਖ ਇਤਿਹਾਸ ਦੇ ਵਿੱਚ ਅਮਰ ਹੋ ਗਏ। ਜਿੰਨੇ ਚਿਰ ਤੱਕ ਇਹ ਅਧਿਆਤਮਿਕ ਬਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਕੋਲ ਸੀ, ਆਪ ਛੁਪਾ ਕੇ ਬੈਠੇ ਰਹੇ, ਭੋਰੇ ਦੇ ਵਿੱਚ ਬੈਠੇ ਰਹੇ। ਪਰ ਅੱਜ ਪ੍ਰਗਟ ਹੋ ਗਿਆ ਤਾਂ ਇਸ ਬਲ ਨੂੰ ਸਮਾਜ ਦੀ ਉਸਾਰੀ, ਮਜ਼ਲੂਮਾਂ ਦੀ ਰੱਖਿਆ ਔਰ ਦੇਸ਼ ਦੀ ਤਾਮੀਰ ਲਈ ਖਰਚ ਕਰਨ ਦਾ ਅਕੀਦਾ ਬਣਾ ਲਿਆ।
ਤਹਈਆ ਕਰ ਲਿਆ, ਆਪ ਚੱਲ ਪਏ। ਆਪਨੇ ਹੀ 22 ਧਾਰ ਦੇ ਰਾਜਿਆਂ ਦੇ ਪਾਸੋਂ ਗਾਲਬਨ ਉਸ ਜ਼ਮਾਨੇ 'ਚ 72,000 ਰੁਪਏ ਦੇ ਕੇ ਇੱਕ ਜਗ੍ਹਾ ਖਰੀਦੀ, ਜਿਸ ਦਾ ਨਾਮ ਆਪਨੇ ਰੱਖਿਆ ਆਨੰਦਪੁਰ। ਸਿੱਖੀ ਦੀ ਰੂਹ ਰਵਾਂ, ਖਾਲਸੇ ਦਾ ਕੇਂਦਰੀ ਅਸਥਾਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਿਆਰੀ ਜ਼ਮੀਨ ਆਨੰਦਪੁਰ ਸਾਹਿਬ। ਇਸ ਦੇ ਉਸਾਰੂ, ਇਸ ਨੂੰ ਵਸਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਨਗਰੀ ਵਸ ਗਈ, ਔਰ ਬੜੀ ਪੁਰ ਰੌਣਕ ਨਗਰੀ, ਜਿੱਥੇ ਕਿਰਤ ਤੇ ਚੱਲਦੀ ਸੀ, ਪ੍ਰਭੂ ਦੀ ਕੀਰਤੀ ਦੇ ਸੋਮੇ ਵੀ ਚੱਲ ਪਏ। ਦੂਸਰੇ ਪਾਸੇ ਦੇਸ਼ ਦੇ ਵਿੱਚ ਵਕਤ ਦੀ ਹਕੂਮਤ ਨੇ ਇਸ ਢੰਗ ਦੇ ਜ਼ੁਲਮ ਢਾਏ ਕਿ ਕਸ਼ਮੀਰੀ ਬ੍ਰਾਹਮਣ ਰੋ ਉੱਠੇ, ਚੀਖ ਉੱਠੇ। ਚਾਰੋਂ ਪਾਸੇ ਨਿਗਾਹ ਦੌੜਾਉਂਦੇ ਨੇ, ਕੋਈ ਸਹਾਇਕ ਨਹੀਂ, ਕੋਈ ਮਦਦਗਾਰ ਨਹੀਂ, ਜੋ ਉਹਨਾਂ ਦੀ ਬਾਂਹ ਪਕੜ ਕੇ ਉਹਨਾਂ ਦੇ ਜਨੇਊ ਨੂੰ ਬਚਾਵੇ, ਉਹਨਾਂ ਦੇ ਮੱਥੇ ਦੇ ਤਿਲਕ ਨੂੰ ਬਚਾਵੇ, ਉਹਨਾਂ ਦੀ ਪੁਰਾਣਕ ਸੰਸਕ੍ਰਿਤੀ ਦੀ ਰੱਖਿਆ ਕਰੇ, ਉਹਨਾਂ ਦੇ ਵੈਦਿਕ ਧਰਮ ਦੀ ਰੱਖਿਆ ਕਰੇ। ਇਹ ਨਿਰਾਸ਼ਾ ਦੇ ਘੋਰ ਦਲਦਲ ਵਿੱਚ ਫਸੇ ਹੋਏ ਬ੍ਰਾਹਮਣ ਰੋ ਰਹੇ ਸਨ, ਦੁਖਤ ਹੋ ਰਹੇ ਸਨ। ਲੇਕਿਨ ਆਨੰਦਪੁਰ ਦੀਆਂ ਲਹਿਰਾਂ ਕਸ਼ਮੀਰ ਦੇ ਵਿੱਚ ਵੀ ਪਹੁੰਚ ਗਈਆਂ ਸਨ। ਆਨੰਦਪੁਰ ਦੀ ਸ਼ਕਤੀ ਦੀ ਛਾਪ ਤੇ ਭਗਤੀ ਦੀ ਆਨੰਦਮਈ ਵਰਸ਼ਾ ਕਸ਼ਮੀਰ ਤੱਕ ਵੀ ਪਹੁੰਚੀ ਸੀ। ਨਿਢਾਲ ਹੋਏ, ਬੇਆਸਰਾ ਹੋਏ ਕਸ਼ਮੀਰ ਦੇ ਤਮਾਮ ਬ੍ਰਾਹਮਣਾਂ ਨੂੰ, ਪੰਡਤਾਂ ਨੂੰ ਇਸ ਮੱਸਿਆ ਦੀ ਰਾਤ ਦੇ ਵਿੱਚ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ। ਆਨੰਦਪੁਰ ਸਿਰਮੌਰ ਬ੍ਰਾਹਮਣ ਆਪਣਾ ਜਥਾ ਬਣਾ ਕੇ ਚੱਲ ਪਏ ਆਨੰਦਪੁਰ ਦੀ ਤਰਫ। ਸਤਿਗੁਰ ਦੀ ਸਭਾ ਵਿੱਚ ਪਹੁੰਚੇ, ਮੱਥਾ ਟੇਕਿਆ, ਮਨ ਪ੍ਰਭਾਵਿਤ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਬਹੁਤ ਦੁਖਤ ਲੱਗਦੇ ਹੋ, ਬਹੁਤ ਬੇਜ਼ਾਰ ਲੱਗ ਰਹੇ ਹੋ, ਆਉਣ ਦਾ ਕਾਰਨ ਕਿਸ ਤਰ੍ਹਾਂ ਆਏ ਹੋ? ਮਹਾਰਾਜ, ਬਾਂਹ ਕਮਜ਼ੋਰ ਹੋ ਗਈ ਹੈ, ਸਾਡੇ ਜਨੇਊ ਦੀ ਰੱਖਿਆ ਕਰੋ, ਮੱਥੇ ਦੇ ਤਿਲਕ ਮਿਟ ਰਹੇ ਨੇ। ਭਾਰਤ ਦੀ ਪ੍ਰਾਚੀਨ ਪੁਰਾਣੀ ਧਾਰਮਿਕ ਸੰਸਕ੍ਰਿਤੀ ਮਲਿਆ ਮੇਟ ਹੋ ਰਹੀ ਹੈ। ਕਸ਼ਮੀਰ ਭਾਰਤ ਦਾ ਇੱਕ ਐਸਾ ਜ਼ਰਖੇਜ਼ ਖਿੱਤਾ ਜਿਸ ਤੋਂ ਬੇਸ਼ਤਰ ਦਰਿਆ ਨਿਕਲਦੇ ਨੇ ਔਰ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਤੇ ਸ਼ਾਦਾਬ ਕਰਦੇ ਨੇ। ਸਿਰਫ ਐਸਾ ਹੀ ਨਹੀਂ ਕਿ ਕਸ਼ਮੀਰ ਦੇ ਪਹਾੜਾਂ ਤੋਂ ਪਾਣੀ ਦੇ ਦਰਿਆ ਨਿਕਲਦੇ ਸਨ, ਕਸ਼ਮੀਰ ਦੇ ਦਿਮਾਗ ਦੇ ਚੋਂ ਗਿਆਨ ਦੀ ਗੰਗਾ ਵੀ ਨਿਕਲਦੀ ਸੀ, ਧਿਆਨ ਦੀ ਜਮਨਾ ਵੀ ਨਿਕਲਦੀ ਸੀ। ਬੇਸ਼ਤਰ ਰਿਸ਼ੀ, ਬੇਸ਼ਤਰ ਸੰਤ, ਉੱਚ ਕੋਟੀ ਦੇ ਮਹਾਤਮਾ ਉਸ ਧਰਤੀ ਵਿੱਚ ਪੈਦਾ ਹੁੰਦੇ ਰਹੇ। ਇੱਕ ਧਰਤੀ ਦੀ ਫਿਜ਼ਾ, ਇੱਕ ਚਾਰੋਂ ਪਾਸੇ ਦਾ ਮਾਹੌਲ ਅਧਿਆਤਮਕ ਉન્નਤੀ ਦੀ ਤਰਫ ਹਮੇਸ਼ਾ ਅੰਦੋਲਿਤ ਕਰਦਾ ਰਿਹਾ, ਪ੍ਰੇਰਿਤ ਕਰਦਾ ਰਿਹਾ। ਪਰ ਠੰਡੀ ਬਰਫਾਂ ਨਾਲ ਹਰ ਵਕਤ ਲੱਦੀ ਹੋਈ ਇਹ ਧਰਤੀ ਜ਼ੁਲਮ ਦੀ ਅੱਗ ਨਾਲ ਭਵਕ ਉੱਠੀ, ਦਹਿਕ ਉੱਠੀ। ਠੰਡੇ ਮਿਜ਼ਾਜ ਇਹ ਬ੍ਰਾਹਮਣ, ਜੋ ਵਾਕਈ ਬਰਫ ਦੀ ਤਰ੍ਹਾਂ ਹੀ ਠੰਡੇ ਸਨ, ਸੀਤਲ ਸਨ, ਧਿਆਨੀ ਸਨ, ਗਿਆਨੀ ਸਨ, ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਗੁਰਦੇਵ ਸਾਡੀ ਰੱਖਿਆ ਕਰੋ, ਸਾਡੀ ਬਾਂਹ ਪਕੜੋ। ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ, ਉਹਨਾਂ ਦੀ ਉਮਰ ਗਾਲਬਨ 9 ਸਾਲ ਦੀ ਸੀ। ਇਤਨੀ ਹੀ ਆਯੂ ਦੇ ਸਨ। ਲੰਬੀ ਸੋਚ ਦੇ ਵਿੱਚ ਪੈ ਕੇ ਪੁੱਛਦੇ ਨੇ, ਗੁਰਦੇਵ ਪਿਤਾ, ਆਪ ਕੁਝ ਜਵਾਬ ਨਹੀਂ ਦੇ ਰਹੇ ਇਹਨਾਂ ਦੀ ਫਰਿਆਦ ਦਾ। ਇਹ ਜੋ ਤਰਲਾ ਲੈ ਰਹੇ ਨੇ, ਆਪ ਇਹਨਾਂ ਲਈ ਕੀ ਕਰ ਰਹੇ ਹੋ? ਸਤਿਗੁਰੂ ਕਹਿੰਦੇ ਨੇ, ਕੋਈ ਬਹੁਤ ਵੱਡਾ ਮਹਾਪੁਰਸ਼ ਕੁਰਬਾਨੀ ਦੇਵੇ, ਇਹਨਾਂ ਦੇ ਮੱਥੇ ਦਾ ਤਿਲਕ ਬਚ ਸਕਦਾ ਹੈ, ਇਹਨਾਂ ਦੇ ਗਲ ਦਾ ਜਨੇਊ ਬਚ ਸਕਦਾ ਹੈ।
ਬਾਲਕ ਗੋਬਿੰਦ ਰਾਏ ਨੇ ਹੌਸਲਾਮੰਦ ਹੋ ਕੇ ਆਖਿਆ, ਗੁਰਦੇਵ ਪਿਤਾ, ਕਿਸੇ ਨੂੰ ਤੈਰਨ ਦੀ ਜਾਚ ਸਿਖਾਣੀ ਹੋਵੇ ਤਾਂ ਪਾਣੀ ਵਿੱਚ ਪਹਿਲੇ ਆਪ ਤੈਰਨਾ ਪੈਂਦਾ ਹੈ। ਕਿਸੇ ਨੂੰ ਮਰਨ ਦੀ ਜਾਚ ਸਿਖਾਣੀ ਹੋਵੇ ਤਾਂ ਪਹਿਲੇ ਆਪ ਮਰਨਾ ਪੈਂਦਾ ਹੈ। ਸਤਿਗੁਰਦੇਵ ਜੀ ਮਹਾਰਾਜ ਖਣਾਵਾਂ ਪਹਿਨ ਕੇ ਚੱਲ ਪਏ। ਜਿਸ ਨੂੰ ਅੱਜ ਹਰਿਆਣਾ ਕਹਿੰਦੇ ਨੇ, ਬੇਸ਼ਤਰ ਸ਼ਹਿਰਾਂ ਨੂੰ ਭਾਗ ਲਾਉਂਦੇ ਹੋਏ ਆਪ ਸਹਿਜੇ ਸਹਿਜੇ ਚੱਲ ਪਏ। ਅੱਜ ਹਰਿਆਣੇ ਵਿੱਚ ਬਹੁਤ ਸਾਰੀ ਥਾਵਾਂ ਤੇ ਆਪ ਦੇ ਇਤਿਹਾਸਕ ਕੇਂਦਰ ਨੇ। ਤਰਾਵੜੀ ਵਿੱਚ, ਕੈਂਥਲ ਵਿੱਚ, ਰੋਹਤਕ ਵਿੱਚ, ਹੋਰ ਆਲੇ ਦੁਆਲੇ ਆਪ ਜੀ ਦੇ ਬਹੁਤ ਸਾਰੇ ਇਤਿਹਾਸਕ ਅਸਥਾਨ ਨੇ, ਜਿੱਥੇ ਬੈਠ ਕੇ ਆਪ ਪ੍ਰੇਮ ਦੀ ਗੰਗਾ ਬਹਾਉਂਦੇ ਰਹੇ ਔਰ ਜਿੱਥੇ ਬੈਠ ਕੇ ਆਪ ਗਿਆਨ ਦਾ ਉਪਦੇਸ਼ ਕਰਦੇ ਰਹੇ। ਅੱਜ ਜਦ ਆਗਰੇ ਵਿੱਚ ਪਹੁੰਚੇ ਨੇ, ਬਹੁਤ ਲੰਬੀ ਫੇਰੀ ਸੀ। ਰੱਜਬ ਜੀ ਦਾ ਕਹਿਣਾ ਹੈ, ਸੰਤ ਤੇ ਇਸ ਤਰ੍ਹਾਂ ਆਉਂਦੇ ਨੇ ਜੈਸੇ ਨਦੀ ਹੋਵੇ, ਜੈਸੇ ਬੱਦਲ ਹੋਵੇ। ਨਦੀ ਸੰਤ ਅਰ ਮੇਘਲਾ ਚਲੇ ਭੁਯੰਗਮ ਚਾਲ, ਰੱਜਬ ਜੈ ਜੈ ਪਗ ਧਰੇ ਤੈਂ ਤੈਂ ਕਰਤ ਨਿਹਾਲ। ਇਹ ਹਮੇਸ਼ਾ ਕਦੀ ਸੱਜੇ ਕਦੀ ਖੱਬੇ ਚੱਲਦੇ ਨੇ ਤਾਂ ਕਿ ਜ਼ਿਆਦਾ ਧਰਤੀ ਸੈਰਾਬ ਹੋ ਸਕੇ, ਸਰਸਬਜ਼ ਹੋ ਸਕੇ। ਇੱਥੇ ਹੀ ਆਗਰੇ ਵਿੱਚ ਆਪ ਦੀ ਗ੍ਰਿਫਤਾਰੀ ਹੋਈ ਔਰ ਆਗਰੇ ਵਿੱਚ ਵੀ ਆਪ ਜੀ ਦੇ ਅਨੇਕਾਂ ਇਤਿਹਾਸਕ ਅਸਥਾਨ ਨੇ, ਜਿਨ੍ਹਾਂ ਦੇ ਚੋਂ ਮਾਈ ਥਾਨ ਸਿਰਮੌਰ ਹੈ। ਦਿੱਲੀ ਵਿੱਚ ਆਪ ਨੂੰ ਲਿਆਂਦਾ ਗਿਆ, ਪਿੰਜਰੇ ਵਿੱਚ ਰੱਖਿਆ ਗਿਆ। ਐਸੇ ਪਿੰਜਰੇ ਵਿੱਚ ਜਿਸ ਵਿੱਚ ਆਪ ਹਿਲ ਵੀ ਨਹੀਂ ਸਕਦੇ ਸਨ, ਐਸੇ ਪਿੰਜਰੇ ਵਿੱਚ ਜਿਸ ਵਿੱਚ ਆਪ ਬੈਠ ਵੀ ਨਹੀਂ ਸਕਦੇ ਸਨ, ਜਿਸ ਦੇ ਸੂਲਾਂ ਹੀ ਸੂਲਾਂ ਸਨ। ਵਕਤ ਦੀ ਹਕੂਮਤ ਨੇ ਇਸ਼ਾਰਾ ਕਰ ਦਿੱਤਾ ਸੀ, ਸਜ਼ਾਏ ਮੌਤ ਦਿੱਤੀ ਜਾਏ। ਅੱਜ ਉਹ ਦਿਨ ਵੀ ਆ ਗਿਆ। ਆਪ ਦੇ ਨਾਲ ਜਿਹੜੇ 94 ਸਾਥੀ ਰਹਿ ਗਏ ਸਨ, ਭਾਈ ਮਤੀ ਦਾਸ ਔਰ ਭਾਈ ਦਿਆਲਾ, ਇਸ ਵਿਪਤਾ ਦੇ ਸਮੇਂ ਕਰੀਬਨ ਉਹ ਜਿਹੜੀ ਬਹੁਤ ਸਾਰੀ ਭੀੜ ਸੀ, ਆਪ ਨੂੰ ਛੋੜ ਚੁੱਕੀ ਸੀ। ਆਪ ਨੇ ਸਹੀ ਆਖਿਆ, ਸੰਗ ਸਖਾ ਸਭ ਤਜ ਗਇਓ, ਕੋ ਨ ਨਿਭਿਓ ਸਾਥ, ਕਹੋ ਨਾਨਕ ਇਹ ਵਿਪਤ में ਟੇਕ ਏਕ ਰਘਨਾਥ। ਵਾਕਈ ਆਪ ਦਾ ਇਹ ਫਰਮਾਨ ਕਿ ਦੁਨੀਆ ਸੁਖ ਦੀ ਸਾਥੀ ਹੈ, ਦੁੱਖ ਦੀ ਨਹੀਂ। ਸੁਖ में बहु संगी भय, दुख में संग न कोय। लेकिन कमाल है। और सदके जाइए भाई मती दास तो, भाई दयाले तो आप दुख दे समय भी साथ रहे, विपता दे समय भी साथ रहे, हर तरह की पीड़ा दे समय भी गुरु का दामन नहीं छोड़िया, गुरु दे कोल रहे। पहले इन्हों शहीद किया गया, तरह तरह के लालच रखे गए। मती दास के सामने आप छिब्बर गोद दे ब्राह्मण सन, पिछोकड़ आप दा जिला जेलम सी। जद आप किसी लालच तो प्रभावित नहीं होए तो कह दिता गया, थानू आरे दे नाल चीर के दुफाड़ कर दिता जाएगा। मती दास कहने लगे, फिर भी मेरी सिखी नू दुफाड़ नहीं कर सकोगे, फिर भी मेरी भावनावां नू दुफाड़ नहीं कर सकोगे। आरे नाल ये चिल गया चांदनी चौंक दे, लेकिन सिखी नू टोटे टोटे नहीं होण दिता। आप दा दूसरा साथी भाई दयाला, इनू भी तरह तरह के लालच दिते गए, लेकिन इसने जब लालच दे अगों अपना सिर नहीं झुकाया तो आखिया गया, ये जो सिखी दा रंग है असी उबलते हुए पानी विच पा के उतार देंगे। तो दयाला जी कहने लगे, ये भी करके देख लेना। इतिहास गवाह है कि उबलती देग विच उबल गया, पर सिखी दा रंग नहीं उतरन दिता। फिर वारी आई गुरु तेग बहादुर साहब जी महाराज दी। मुगल सिपाहियां ने
ਆਪ ਨੂੰ ਪਿੰਜਰੇ ਦੇ ਚੋਂ ਕੱਢਿਆ। ਸਤਿਗੁਰਾਂ ਨੇ ਕੋਲ ਖੂਹੀ ਦੇ 'ਚ ਇਸ਼ਨਾਨ ਕੀਤਾ, ਬੋਹੜ ਦੇ ਥੱਲੇ ਆ ਕੇ ਬੈਠ ਗਏ। ਸਮਾਣੇ ਦਾ ਜਲਾਦ ਜਲਾਲੁਦੀਨ ਨੇ ਤਲਵਾਰ ਚੁੱਕੀ, ਜ਼ੋਰ ਦੀ ਚਲਾਈ। ਉਸ ਦੀ ਗਰਦਨ ਤੇ ਜੋ ਤੇਗ ਦਾ ਧਨੀ ਸੀ, ਜੋ ਸੂਰਬੀਰ ਸੀ, ਜੋ ਬਹਾਦਰ ਸੀ, ਜੋ ਲੋਕ ਭਲਾਈ ਲਈ ਜੀਵਨ ਭਰ ਸੋਚਦਾ ਰਿਹਾ, ਇਸ ਤਰ੍ਹਾਂ ਸ਼ਹੀਦੀ ਸਾਕਾ ਦਿੱਲੀ ਦੀ ਚਾਂਦਨੀ ਚੌਂਕ ਦੇ 'ਚ ਮੱਘਰ ਸੁਦੀ 5 ਸੰਮਤ 1732 ਦੇ 'ਚ ਘਟਿਤ ਹੋਇਆ। ਦਿਨ ਭਰ ਆਪ ਦਾ ਸੀਸ ਤੇ ਆਪ ਦਾ ਧੜ ਪਿਆ ਰਿਹਾ। ਭਾਈ ਜੇਠਾ ਮੁਗਲ ਸਿਪਾਹੀਆਂ ਦੀ ਅੱਖ ਬਚਾ ਕੇ ਸਤਿਗੁਰੂ ਦਾ ਸੀਸ ਚੁੱਕ ਕੇ ਲੈ ਗਿਆ। ਆਨੰਦਪੁਰ ਸਾਹਿਬ ਦੇ 'ਚ ਸੀਸ ਦਾ ਸੰਸਕਾਰ ਉੱਥੇ ਹੀ ਹੋਇਆ ਔਰ ਆਨੰਦਪੁਰ ਸਾਹਿਬ ਦੇ 'ਚ ਗੁਰਦੁਆਰਾ ਸੀਸਗੰਜ ਸਾਹਿਬ ਮੌਜੂਦ ਹੈ। ਦੂਸਰਾ, ਲੱਖੀ ਸ਼ਾਹ ਵਣਦਾਰਾ 100 ਗੱਡਿਆਂ ਦੇ ਉੱਤੇ ਰੋਈ ਲੱਦ ਕੇ ਉਸ ਇਲਾਕੇ ਤੋਂ ਲੰਘੇ ਹੈ। ਸਿਰਫ ਸਤਿਗੁਰੂ ਦੇਵ ਜੀ ਮਹਾਰਾਜ ਦਾ ਪਵਿੱਤਰ ਸਰੀਰ ਚੁੱਕਣ ਦੀ ਉਸਨੇ ਇਹ ਵਿਉਂਤ ਬਣਾਈ ਹੈ। ਗੱਡੀਆਂ ਦੇ ਭੱਜ ਦੌੜ ਦੇ ਨਾਲ, ਬਹਿਲਾਂ ਦੇ ਪੈਰਾਂ ਦੇ ਉਛਾਲ ਦੇ ਨਾਲ ਮਿੱਟੀ ਉੱਡੀ, ਧੂੜ ਉੱਡੀ, ਇਤਨੀ ਧੂੜ ਉੱਡੀ ਕਿ ਇਸ ਦੇ 'ਚ ਇਹਨੇ ਸਤਿਗੁਰੂ ਦੇਵ ਜੀ ਮਹਾਰਾਜ ਦਾ ਪਾਵਨ ਸਰੀਰ ਚੁੱਕ ਲਿਆ, ਆਪਣੇ ਘਰ ਲੈ ਗਿਆ। ਜਿਸ ਘਰ ਦੇ 'ਚ ਲੈ ਗਿਆ ਉਸ ਇਲਾਕੇ, ਉਸ ਕਸਬੇ ਦਾ ਨਾਂ ਸੀ ਰਕਾਬਗੰਜ। ਆਪਣੇ ਘਰ ਦੇ 'ਚ ਪਾਵਨ ਸਰੀਰ ਨੂੰ ਰੱਖ ਕੇ ਇਸ਼ਨਾਨ ਕਰਾ ਕੇ ਸਾਰੇ ਘਰ ਨੂੰ ਅੱਗ ਲਾ ਦਿੱਤੀ। ਸਤਿਗੁਰੂ ਦੀ ਦੇਹੀ ਤੋਂ ਆਪਣਾ ਘਰ ਸਦਕੇ ਕਰ ਦਿੱਤਾ, ਆਪਣਾ ਮਕਾਨ ਸਦਕੇ ਕਰ ਦਿੱਤਾ। ਕਿਧਰੇ ਸ਼ੱਕ ਨਾ ਪੈ ਜਾਏ ਤਾਂ ਬਾਹਰ ਆ ਕੇ ਨਾਰਾ ਲਾਇਆ, ਮੇਰਾ ਘਰ ਜਲ ਗਿਆ, ਮੇਰਾ ਘਰ ਜਲ ਗਿਆ। ਇਸ ਤਰੀਕੇ ਨਾਲ ਸਾਹਿਬਾਂ ਦੇ ਪਾਵਨ ਸਰੀਰ ਦਾ ਦਾਹ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ। ਜੇਠਾ ਜਦੋਂ ਆਨੰਦਪੁਰ ਸਾਹਿਬ ਪਹੁੰਚਿਆ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਦੇ ਨੇ, ਬਹੁਤ ਜੋਸ਼ ਜਾਗਿਆ ਹੋਣਾ ਦਿੱਲੀ ਦੇ ਸਿੱਖਾਂ ਵਿੱਚ। ਤਾਂ ਸਾਹਿਬ ਕਹਿਣ ਲੱਗੇ, ਤੂੰ ਦੱਸ। ਜੇਠਾ ਛੇਤੀ ਛੇਤੀ ਹੱਥ ਜੋੜ ਕੇ ਰੋਂਦਾ ਹੋਇਆ ਜੇਠਾ ਕਹਿੰਦਾ, ਨਹੀਂ, ਕੋਈ ਸ਼ੌਕ ਨਹੀਂ ਜਾਗਿਆ, कोई जोश नहीं पैदा होया। तो पातशाह ने उस वक्त आख्या है, अब एक ऐसो पंथ बनाओ, सगल जगत बिखे बहु विधवाओ, लाखों नर जग के एक थाए, तामे मिले एक सिख जाए, सब में पृथक पछानो परे, छपे न छपे कैसों करे। यथा बगन में हंस न छपे, गिरजन विखे मोर ज्यों दिखे, तिमना ना बेखन के माही, मम सिख को सगले पर खाए। खालसे दी साजना दा ख्याल गुरु गोबिंद सिंह जी महाराज दे अंदर इत्थों ही जो है पैदा होया। गुरु तेग बहादुर साहब जी महाराज दी शहीदी ने साहिब गुरु गोबिंद सिंह जी महाराज दे अंतिशकरण दे खालसे नूं जन्म दिता। वाकई महापुरुष ते इस तरह आउंदे ने। बकौले डॉक्टर मोहम्मद इकबाल, जहां में अहले ईमा मिसले खुर्शीद जीते हैं, इधर डूबे उधर निकले, उधर डूबे इधर निकले। ये पावन स्थान गुरुद्वारा सीसगंज साहब चांदनी चौक दे मौजूद है, जो उपदेश दे रहा है, देशवासियों नूं संदेश दे रहा है कि मजलूमां दी रखिया किवें करी दी है और किसी दी बांह पकड़ के फिर उसका रखवाला किवें बनीदा है, ये दर्श दे रहा है। आप दे नाल शब्द जुड़े हुए ने, बाहां जिन्हां दी पकड़िए, सिर दीजे बाहां न छोड़िए, सिर दे के भी बांह नहीं छोड़ी। और ये हकीकत है कि अपना खून डोल के मत्थे दा तिलक अमर कर दिता, अपने श्वासां दी डोरी नूं तोड़ के जनेऊ दी डोरी नूं मजबूत कर दिता। देश दे प्राचीन संस्कृति आप दी शहादत दी देन है, देश दा प्राचीन धर्म आप दी शहादत दा देन है। जो नर दुख में दुख नहीं माने, सुख सने और भय नहीं जाके, कंचन माटी माने। नैन दिया नैन उस्तत जाके, लोभ मोह अभमाना, हरख सोगते रहे न्यारो, नाहे मान अपमाना।
आसा मनसा सगल त्यागे, जगते रहे निराशा। काम क्रोध जै परसे नाहिन, ते घट ब्रह्म निवासा। गुर कृपा जै नर को कीनी, ते ए जुगत पछानी। नानक लीन भयो गोबिंद सो, ज्यों पानी संग पानी। ब्रह्म ਦੀ ਲੀਨਤਾ ਕੀ ਹੈ ਔਰ ਬ੍ਰਹਮ ਵਿੱਚ ਕਿਵੇਂ ਲੀਨ ਹੋਣਾ ਹੈ। धार्मिक अवस्था की है और उसकी रूप रेखा बाहर की प्रगट होती है। साहिब गुरु तेग बहादुर साहब जी महाराज ने इस पावन पवित्र वाक दे शब्द के अंदर मानो सागर नूं गागर दे उड़ेल के रख दिता है। ब्रह्म ज्ञानी की अवस्था की है जो प्रभु विच लीन हो चुके है, उसकी पहचान किस तरह करोगे। लिबास तो नहीं, उसके सुभाव तो, उसके पहरावे तो नहीं, उसके आचार तो, उसकी जीवन घटनावां तो। प्रथम मेरे पातशाह कहते ने उहदी दृष्टि विच सुख ते दुख समान ने। जो नर दुख में दुख नहीं माने, दुख पीड़ित कर दे, सुख हुलास पैदा कर दे, समझ लेना इसके मन की समानता नहीं है। अजे इसने जिंदगी की उस समानता को समझिया ही नहीं जिस समतल का नां ही परमात्मा है, ईश्वर है, अकाल पुरख है। यह गल वखरी है कि मनुख की मंग केवल सुख ही है, दुख नहीं। पर कौन दसे संसार की वास्तविक असलीयत यह है कि इत्थे एक दे नाल दूजा जुड़े होया है। जन्म दे नाल मरण जुड़े होया है, जवानी नाल बुढ़ेपा जुड़े होया है, हासियां दे नाल रोने जुड़े हुए ने। इत्थे हर नफा नुकसान दे नाल जुड़े होया है। जितनी वड्डी इज्जत उतनी ही वड्डी बेइज्जती, हर सुंदरता दे नाल स्वप्न दे नाल कुरूपता जो है जुड़ी हुई है। जिसनों इस असलीयत का पता है बस वही महापुरुष है। वो देखता है फुल सिर्फ खिड़ते ही नहीं, मुरझा भी जाते हैं। फूल खिलता है मुरझाने का तखय्युल लेकर, जिसे हंसता हुआ पाओगे वो परेशान होगा। हर हासियां दे थले अनंत परेशानियां छुपियां रहिंदियां ने। साहिब गुरु तेग बहादुर साहब जी महाराज फरमान करते हैं कि जो ब्रह्मनिष्ठ है, ब्रह्म ज्ञानी है, जो भगत है, ਉਹਦੇ ਲਈ दुख सुख एक समान। जो नर दुख में दुख नहीं माने, सुख सनेव और भय नहीं जाके, कंचन माटी माने। ऐसा नहीं कि सोना उसनों सोना दिखाई नहीं देता, नहीं, पराया धन उसनों इस तरह दिखाई देता है जैसे कि मिट्टी। जैसे मिट्टी की कोई बहुत वड्डी कीमत नहीं, इस तरह ब्रह्म ज्ञानी की दृष्टि विच पराए धन की कोई कीमत नहीं। अगर पराए धन की कीमत है, उसका कोई खास वड्डा मुल है, तो वह प्रभावित भी करेगा। और प्रभावित होंदियां मन लोभी भी होवेगा, और मन लोभी हो गया है तो फिर चोरी का ख्याल भी पैदा होवेगा। दरअसल सारी दुनिया की मूल समस्या है चोरी यारी। पराया धन प्रभावित करे तो चोरी लई, बेईमानी लई मन दे ख्याल पैदा होंदे ने। पराया रूप प्रभावित करे तो दुराचार ते वासना जागदी है। पराया रूप मां दिखाई देवे, पराया धन मिट्टी दिखाई देवे, बस यही महापुरुष की दृष्टि है। इसे नूं जो है अमृतमयी दृष्टि कहते हैं। भगत सिरमौर श्री नामदेव जी महाराज का एक बड़ा कीमती वाक आप कहते हैं, पर धन पर दारा पर हरि, तांके निकट बसे नर हरि। परमात्मा उन्हां दे ही नेड़े है जिन्हां लई पराया धन मिट्टी है, पराया रूप मां है, बहन है। सारी दुनिया की यह अज मूल समस्या है
ਨਾ ਮਨੁੱਖ ਆਪਣੇ ਲੋਭ ਨੂੰ ਰੋਕ ਸਕਦਾ ਹੈ, ਨਾ ਮਨੁੱਖ ਆਪਣੀ ਵਾਸ਼ਨਾ ਨੂੰ ਰੋਕ ਸਕਦਾ ਹੈ। ਇਸ ਵਾਸਤੇ ਵਿਆਪਕ ਰੂਪ ਦੇ ਵਿੱਚ ਸਾਰੀ ਦੁਨੀਆ ਦੇ ਚੋਰੀ ਵੀ ਹੈ, ਯਾਰੀ ਵੀ ਹੈ, ਪਰ ਪ੍ਰਭੂ ਚਿੰਤਨ ਐਸਾ ਹੈ ਕਿ ਜਿਸ ਦੇ ਸਿਰਫ ਆਪਣੇ ਧਨ ਦੀ ਅਹਿਮੀਅਤ ਹੁੰਦੀ ਹੈ, ਪਰਾਇਆ ਧਨ ਤੇ ਮਿੱਟੀ ਦਿਖਾਈ ਦਿੰਦਾ ਹੈ। ਔਰ ਐਸਾ ਮਨੁੱਖ ਐਸੀ ਗ੍ਰਸਤ ਦੀ ਸੀਮਾ ਵਿੱਚ ਰਹਿੰਦਾ ਹੈ ਜਿਸ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਏਕਾ ਨਾਰੀ ਸਦਾ ਜਾਤੀ। ਭਾਈ ਗੁਰਦਾਸ ਜੀ ਦਾ ਇਹ ਕੌਲ ਬੜਾ ਸੁੰਦਰ ਕਿ ਐਸਾ ਪੁਰਸ਼ ਆਪਣੀ ਵਾਸ਼ਨਾ ਨੂੰ ਸੀਮਾ ਦੇ ਵਿੱਚ ਕਰ ਲੈਂਦਾ ਹੈ, ਇਸ ਤਰ੍ਹਾਂ ਜੈਸੇ ਦਰਿਆ ਦੋ ਬਨੇਰਿਆਂ ਦੀ ਸੀਮਾ ਦੇ ਵਿੱਚ ਵਗ ਰਿਹਾ ਹੈ। ਅਗਰ ਉਹ ਸੀਮਾ ਤੋੜ ਦੇਵੇ, ਕਿਨਾਰਿਆਂ ਤੋਂ ਉਛਲ ਪਵੇ ਤਾਂ ਹੜ੍ਹ ਆ ਜਾਂਦਾ ਹੈ, ਪਰਾਈਆਂ ਖੇਤੀਆਂ ਡੁੱਬਦੀਆਂ ਨੇ, ਪਰਾਏ ਮਕਾਨ ਤਬਾਹ ਹੁੰਦੇ ਨੇ, ਮਨੁੱਖਤਾ ਜੋ ਹੈ ਨਸ਼ਟ ਹੁੰਦੀ ਹੈ। ਇਸੇ ਤਰੀਕੇ ਨਾਲ ਮਨੁੱਖ ਦੀ ਵਾਸ਼ਨਾ ਇਤਨੀ ਉਛਲੇ ਕਿ ਉਹ ਗ੍ਰਸਤ ਦੀ ਮਰਿਆਦਾ ਦੀ ਸੀਮਾ 'ਚ ਹੀ ਨਾ ਰਵੇ ਤਾਂ ਸਮਾਜ ਲਈ ਹਾਨੀਕਾਰਕ ਹੁੰਦੀ ਹੈ। ਔਰ ਮਨੁੱਖ ਦੇ ਅੰਦਰ ਇਹ ਲੋਭ ਅਗਰ ਉਹ ਸੀਮਾ 'ਚ ਨਹੀਂ ਰਿਹਾ, ਸੰਤੋਖ ਨਹੀਂ ਬਣਿਆ, ਸੰਤੁਸ਼ਟੀ ਨਹੀਂ ਬਣਿਆ, ਤਾਂ ਦੂਸਰੇ ਦੀ ਧਨ ਲਈ ਖਤਰਾ ਬਣੇਗਾ। ਕੋਈ ਮਨੁੱਖ ਕਿਸੇ ਦੇ ਧਨ ਲਈ ਖਤਰਾ ਹੈ, ਕੋਈ ਮਨੁੱਖ ਕਿਸੇ ਦੇ ਰੂਪ ਲਈ ਖਤਰਾ ਹੈ। ਅਗਰ ਪਰਾਏ ਧਨ ਤੇ ਪਰਾਏ ਰੂਪ ਦਾ ਕੋਈ ਮੁਆਫਿਜ਼ ਹੈ ਤਾਂ ਕੇਵਲ ਸੰਤ ਹੈ, ਕੇਵਲ ਭਗਤ ਹੈ, ਕੇਵਲ ਬ੍ਰਹਮ ਗਿਆਨੀ ਹੈ। ਤਾਂ ਸਾਹਿਬ ਕਹਿੰਦੇ ਨੇ ਇਹ ਉਸ ਦੀ ਮਾਨਸਿਕ ਅਵਸਥਾ ਹੁੰਦੀ ਹੈ। ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾਂਕੇ, ਕੰਚਨ ਮਾਠੀ ਮਾਨੇ, ਨੈਨ ਦਿਆ ਨੈ ਉਸਤਤ ਜਾਂਕੇ, ਲੋਭ ਮੋਹ ਅਭਮਾਨਾ। ਬੜੀ ਪਰਮ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਿਆਨ ਪਏ ਕਰਦੇ ਨੇ। ਇੱਕ ਤੇ ਉਹ ਗੱਲ ਵਧਾ ਕੇ ਨਹੀਂ ਕਰਦਾ, ਦੂਸਰਾ ਗੱਲ ਘਟਾ ਕੇ ਨਹੀਂ ਕਰਦਾ। ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹ ਖੁਸ਼ਾਮਦ ਹੈ, ਇਹ ਝੂਠੀ ਉਸਤਤ ਹੈ, ਪਰ ਗੱਲ ਨੂੰ ਘਟਾ ਕੇ ਬਿਆਨ ਕਰਨਾ ਇਹ ਨਿੰਦਾ ਹੈ। ਜੈਸੇ ਫੁੱਲ ਨੂੰ ਕੰਢਾ ਕਹਿ ਦਈਏ ਇਹ ਤੇ ਨਿੰਦਾ ਹੈ, ਪਰ ਕੰਢੇ ਨੂੰ ਫੁੱਲ ਕਹਿ ਦਈਏ ਇਹ ਤੇ ਖੁਸ਼ਾਮਦ ਹੈ, ਇਹ ਤੇ ਝੂਠੀ ਉਸਤਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਹੋਰ ਵਾਕਾਂ ਦੇ ਰਾਹੀਂ ਵੀ ਇਹੀ ਉਪਦੇਸ਼ ਦਿੰਦੇ ਨੇ। ਉਸਤਤ ਨਿੰਦਾ ਦੋ ਤਿਆਗੇ, ਖੋਜੇ ਪਦ ਨਿਰਬਾਨਾ, ਪਰ ਜਨ ਨਾਨਕ ਇਹੋ ਖੇਲ ਕਠਿਨ ਹੈ, ਕਿਨਹੂ ਗੁਰਮੁਖ ਜਾਣਾ। ਮਨੁੱਖ ਦੀ ਇੱਕ ਆਦਤ ਬਣ ਗਈ ਹੈ, ਜਾਂ ਇਹ ਗੱਲ ਵਧਾ ਕੇ ਕਰਦਾ ਹੈ ਜਾਂ ਇਹ ਗੱਲ ਘਟਾ ਕੇ ਕਰਦਾ ਹੈ। ਜਿੱਥੋਂ ਕੁਝ ਲੈਣਾ ਹੈ ਗੱਲ ਵਧਾ ਕੇ ਕਰਨਾ ਹੈ, ਔਰ ਜਿਸ ਨਾਲ ਈਰਖਾ ਹੈ ਗੱਲ ਘਟਾ ਕੇ ਕਰਦਾ ਹੈ। ਹਮੇਸ਼ਾ ਨਿੰਦਾ ਦਾ ਜਨਮ ਈਰਸ਼ਾ ਤੋਂ ਪੈਦਾ ਹੁੰਦਾ ਹੈ, ਉਸਤਤੀ ਦਾ ਜਨਮ, ਝੂਠੀ ਖੁਸ਼ਾਮਦ ਦਾ ਜਨਮ ਲੋਭ ਤੋਂ ਪੈਦਾ ਹੁੰਦਾ ਹੈ। ਸਾਹਿਬ ਕਹਿੰਦੇ ਨੇ ਜੋ ਬ੍ਰਹਮਨਿਸ਼ਟ ਹੈ, ਬ੍ਰਹਮ ਗਿਆਨੀ ਹੈ, ਉਸ ਦੇ ਅੰਦਰ ਨਾ ਨਿੰਦਾ ਹੈ ਨਾ ਉਸਤਤ ਹੈ। ਉਹ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ, ਉਹ ਕੰਡੇ ਨੂੰ ਕੰਡਾ ਕਹਿ ਦਿੰਦਾ ਹੈ, ਉਹ ਦੁਸ਼ਟ ਨੂੰ ਦੁਸ਼ਟ ਵੀ ਕਹਿ ਦਿੰਦਾ ਹੈ, ਔਰ ਉਹ ਸੰਤ ਨੂੰ ਸੰਤ ਕਹਿ ਦਿੰਦਾ ਹੈ। ਦੁਸ਼ਟ ਨੂੰ ਦੁਸ਼ਟ ਕਹਿਣਾ ਨਿੰਦਾ ਨਹੀਂ ਹੈ, ਜੈਸੇ ਕਿ ਕੰਡੇ ਨੂੰ ਕੰਡਾ ਕਹਿਣਾ ਨਿੰਦਾ ਨਹੀਂ ਹੈ, ਸਚਾਈ ਹੈ। ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ। ਜੈਸੇ ਦਿਨ ਨੂੰ ਦਿਨ ਕਹਿਣਾ ਇਹ ਤੇ ਸੱਚ ਹੈ, ਪਰ ਦਿਨ ਨੂੰ ਰਾਤ ਕਹਿ ਦੇਣਾ ਇਹ ਤੇ ਨਿੰਦਾ ਹੈ, ਔਰ ਰਾਤ ਨੂੰ ਦਿਨ ਕਹਿ ਦੇਣਾ ਇਹ ਤੇ ਖੁਸ਼ਾਮਦ ਹੈ, ਇਹ ਤੇ ਝੂਠੀ ਉਪਮਾ ਹੈ। ਤਾਂ ਅਕਸਰ ਮਨੁੱਖ ਜਾਂ ਤੇ ਉਸਤਤ ਕਰਦਾ ਹੈ ਜਾਂ ਨਿੰਦਾ ਕਰਦਾ ਹੈ, ਔਰ ਸਾਰੀ ਦੁਨੀਆ ਵਿੱਚ ਮਨੁੱਖ ਦੀ ਇਹ ਕਮਜ਼ੋਰੀ ਨਿੰਦਾ ਦੇ ਰਾਹੀਂ ਜਾਂ ਝੂਠੀ ਖੁਸ਼ਾਮਦ ਦੇ ਰਾਹੀਂ ਪ੍ਰਗਟ ਹੁੰਦੀ ਰਹਿੰਦੀ ਹੈ। ਮਨੁੱਖ ਕਿਤਨਾ ਈਰਸ਼ਾਲੂ ਹੈ ਇਹਦੀ ਰਸਨਾ ਦੀ ਨਿੰਦਾ ਹੀ ਦੱਸਦੀ ਹੈ, ਔਰ ਮਨੁੱਖ ਕਿਤਨਾ ਲੋਭੀ ਹੈ ਇਹਦੀ ਕੀਤੀ ਹੋਈ ਖੁਸ਼ਾਮਦ ਹੀ ਦੱਸਦੀ ਹੈ। ਤਾਂ ਸਾਹਿਬ ਕਹਿੰਦੇ ਨੇ ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਭਮਾਨਾ। ਅੰਦਰ ਲੋਭ ਵੀ ਨਹੀਂ, ਮੋਹ ਵੀ ਨਹੀਂ, ਔਰ ਅਹੰਕਾਰ ਵੀ ਨਹੀਂ। ਮਨੁੱਖ ਦੀਆਂ ਇਹ ਬੜੀਆਂ ਮੂਲ ਕਮਜ਼ੋਰੀਆਂ ਨੇ, ਬੁਨਿਆਦੀ ਕਮਜ਼ੋਰੀਆਂ ਨੇ। ਸਾਹਿਬ ਕਹਿੰਦੇ ਨੇ ਇਹ ਬ੍ਰਹਮ ਗਿਆਨੀ ਦੇ ਅੰਦਰ ਨਹੀਂ ਆਉਂਦੀਆਂ। ਲੋਭੀ ਤੋਂ ਪਰਾਏ ਧਨ ਨੂੰ ਖਤਰਾ ਹੈ, ਹੰਕਾਰੀ ਤੋਂ ਕਿਸੇ ਦੀ ਜਾਨ ਨੂੰ ਖਤਰਾ ਹੈ, ਔਰ ਦੁਰਾਚਾਰੀ ਤੋਂ, ਕਾਮੀ ਤੋਂ
ਕਿਸੇ ਦੀ ਇੱਜ਼ਤ ਨੂੰ ਖਤਰਾ ਹੈ, ਕਿਸੇ ਦੀ ਅਸਮਤ ਨੂੰ ਖਤਰਾ ਹੈ। ਇਸ ਤਰ੍ਹਾਂ ਦੇ ਔਗਣ ਹਾਰੇ ਮਨੁੱਖੀ ਜਗਤ ਦੇ ਵਿੱਚ ਕਿਸੇ ਦੀ ਜਾਨ ਲਈ ਖਤਰਾ ਬਣਦੇ ਨੇ, ਕਿਸੇ ਦੇ ਰੂਪ ਲਈ ਖਤਰਾ ਬਣਦੇ ਨੇ, ਇੱਜ਼ਤ ਲਈ ਖਤਰਾ ਬਣਦੇ ਨੇ ਜਾਂ ਮਾਲ ਲਈ ਖਤਰਾ ਬਣਦੇ ਨੇ। जैसे कोई बंदा आखे मैं खतरे दे चा, तो खतरा सिर्फ 3 तल ते आउंदा है, जान लई खतरा, माल लई खतरा और इज्जत आबरू लई खतरा। तो कोई लोभी है, हंकारी है, वासना विच ग्रसिया होया है, मोह ग्रसिया होया है, तो फिर समझ लो एक किसी दी जान लई, किसी दे माल लई या किसी दी इज्जत आबरू लई खतरा बन जाएगा। भगत ते मुहाफिज ने किसी दी इज्जत दे, किसी दी जान दे और किसी दे माल दे। क्यों कि उन्हां दे अंदर लोभ है ही नहीं, हंकार है ही नहीं, मोह है ही नहीं। तो साहिब कहंदे ने जो लीन पुरुष है उहदी मानसिक अवस्था यह है, नैन दिया न उस्तत जाके लोभ मोह अवमाना, हर एक सोग ते रहे न्यारो, नाहे मान अपमाना। ऐसा नहीं है कि खुशी दे वो उछल पे, हुण ऐसा भी नहीं है कि गमी दे वो अपनी ढेरी ढा बैठे। दरअसल कहते ने हर वस्तु नूं परखण दी बकायदा कसवटी है। जैसे सोने नूं परखण दियां कसवटियां ने, अपने अपने ढंग दियां कसवटियां ने पशुआं नूं भी परखण दियां। सियाणे बंदे कह देंदे ने ये गौ बहुत अच्छी है, ये मझ बहुत वधिया है, ये घोड़ा उत्तम नस्ल का है। तो परखण दे अपने ढंग ने, अपनियां अपनियां जो है कसवटियां ने। हू बहू बंदे नूं भी परखण दी कसवटी है, दुख ते सुख। क्या इस दे ये अपना हौसला कायम रख सकेगा? क्या ये अपने आप नूं संभाल के रख सकेगा दुख दे या सुख दे? कहते ने बहुत वड्डा दुख भी मनुख नूं अपनी थां तो हिला के रख देंदा है और बहुत वड्डा सुख भी देखण दे आया है, मनुख अपनी थां तो हिल जांदा है। जिसनूं कहंदे ने गुरमत, जिसनूं कहंदे ने धार्मिक साधना। पर जे घर विच बहुत वड्डी खुशी है, आनंद कारज है, विआह है, तो मैं देखदा गुरमत नहीं रहिंदी। फिर उत्थे धार्मिक साधना की है एक मजाक बन के रह जाती है। पर बहुत वड्डी पीड़ है, बहुत वड्डा दुख है, तां भी बंदा इतना हिल जाता है कि उहदे लई पाठ करना, उहदे लई गुरुद्वारे विच बैठ के कीर्तन सुनना, उहदे लई संगत दे आना बहुत औखा हो जाता है। गुरु तेग बहादुर साहब जी महाराज फरमान करदे ने, जिहड़े लीन पुरुष ने जप जप के मंजिले मकसूद तक पहुंचे ने, उन्हां लई क्या हरख ते क्या सोग, उन्हां लई क्या खुशी ते क्या गमी, मान ते अपमान, इज्जत ते बेइज्जती भी उन्हां लई एक समान। उन्हां नूं इस गल दी समझ पै जांदी है कि जिन्हां दे आले दुआले जिंदाबाद दे नारे लगदे ने, मुर्दाबाद भी उन्हां नूं ही सुनना पैंदा है। जिस दा जिंदाबाद नहीं उहदा मुर्दाबाद भी नहीं, जिहदी इज्जत नहीं उहदी बेइज्जती कित्थों होवेगी? जो जमिया ही नहीं उन्हें मरना की है? एक तो यह है जन्म होया ही नहीं तो मरण की होवेगा, और एक ऐसी अवस्था है जन्म भी कबूल मरण भी कबूल, इज्जत भी कबूल है और बेइज्जती हो गई है ये भी कबूल। फुल्लां दी वर्षा हुई है कबूल, पर पत्थरां दी वर्षा दे च भी कोई हसदा रहे, खिड़िया रहे। गल बहुत औखी है। यही कारण है कि दुनिया दे जितने धनवान ने उतने धार्मिक नहीं ने। किसी हद तक तो इंज देखते पे कि सारी दुनिया दे धन वधदा जा रहा है, धर्म घटदा जा रहा है। उहदे कुछ कारण भी ने। धन की वसीयत की जा सकती है। पिता अपने पुत्र नूं दे सकता है, दादा पोतरे नूं दे सकता है, पति पत्नी नूं दे सकता है और पत्नी पति नूं दे सकती है, पर धर्म की वसीयत नहीं हो सकती, अनुभव की वसीयत नहीं हो सकती। मनुख धार्मिक आनंद की वसीयत नहीं कर सकता कि जो धार्मिक रस समाधि मेरे कोल है मैं वसीयत करदा ये मेरे पुत्र दी, ये मेरे पोतरे दी। धर्म
ਨਿੱਜੀ ਦੌਲਤ ਹੈ ਔਰ ਨਿਜ ਰੂਪ ਦੇ ਕਮਾਣੀ ਪੈਂਦੀ ਹੈ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਇਹੀ ਕਾਰਨ ਹੈ ਕਿ ਸਾਰੀ ਦੁਨੀਆ ਵਿੱਚ ਧਨ ਵੱਧਦਾ ਜਾ ਰਿਹਾ ਹੈ, ਧਰਮ ਘਟਦਾ ਜਾ ਰਿਹਾ ਹੈ। ਕੌਣ ਨਿੱਜੀ ਰੂਪ ਵਿੱਚ ਮਿਹਨਤ ਕਰੇ, ਕੌਣ ਜੋ ਹੈ ਸਾਧਨਾ ਕਰੇ। ਤਾਂ ਸਾਹਿਬ ਕਹਿੰਦੇ ਨੇ ਇਹ ਜਿਹੜੇ ਲੀਨ ਪੁਰਸ਼ ਨੇ ਸਾਧਨਾ ਕਰ ਕਰਕੇ ਬੜੀ ਮਹਾਨ ਮਿਹਨਤ ਕਰਕੇ ਮੰਜ਼ਿਲੇ ਮਕਸੂਦ ਤੇ ਪਹੁੰਚੇ ਨੇ, ਇਹਨਾਂ ਲਈ ਖੁਸ਼ੀ, ਇਹਨਾਂ ਲਈ ਗਮ, ਇਹਨਾਂ ਲਈ ਇੱਜ਼ਤ ਤੇ ਬੇਇੱਜ਼ਤੀ ਇੱਕ ਸਮਾਨ ਹੈ। ਫਿਰ ਸਾਹਿਬ ਕਹਿੰਦੇ ਨੇ ਆਸਾ ਮਨਸਾ ਸਗਲ ਤੇ ਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਹ ਪਰਸੇ ਨਾਹਿਨ ਤੇ ਘਟ ਬ੍ਰਹਮ ਨਿਵਾਸਾ।